ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਇਸ ਬੁਲੇਟਿਨ ਦੇ ਵਿੱਚ ਤੁਹਾਨੂੰ ਪੰਜਾਬ ਦੀ ਹਰ ਖਬਰ ਦੇ ਨਾਲ ਰੂਬਰੂ ਕਰਵਾਵਾਂਗੇ ਜੋ ਕੋਰੋਨਾ ਦੇ ਨਾਲ ਜੁੜੀ ਹੋਈ ਹੈ। ਹਰ ਇੱਕ ਜ਼ਿਲ੍ਹੇ ਦਾ ਹਾਲ ਤੁਹਾਡੇ ਤੱਕ ਪਹੁੰਚਾਵਾਂਗੇ। ਤੁਹਾਡੇ ਜ਼ਿਲ੍ਹੇ ਦੇ ਵਿੱਚ ਕਿੰਨੇ ਇਸ ਸਮੇਂ ਮਾਮਲੇ ਨੇ, ਕਿੰਨੇ ਲੋਕ ਠੀਕ ਹੋ ਚੁੱਕੇ ਨੇ ਤੇ ਕਿੰਨੇ ਐਕਟਿਵ ਕੇਸ ਨੇ, ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ, ਹਰ ਇੱਕ ਜ਼ਿਲ੍ਹੇ ਦਾ ਹਾਲ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ। ਪਰ ਸ਼ੁਰੂਆਤ ਇੱਕ ਵੱਡੀ ਖਬਰ ਦੇ ਨਾਲ ਜੋ ਆ ਰਹੀ ਹੈ ਪਠਾਨਕੋਟ ਤੋਂ। ਪਠਾਨਕੋਟ ਦੇ ਵਿੱਚ ਮੰਦਭਾਗੀ ਖਬਰ ਹੈ, ਕੋਰੋਨਾ ਦੇ ਨਾਲ ਇੱਕ ਹੋਰ ਮੌਤ ਹੋਈ ਹੈ। ਪਠਾਨਕੋਟ ਦੇ ਵਿੱਚ ਮੌਤਾਂ ਦੀ ਗਿਣਤੀ ਪੰਜਾਬ 'ਚ ਲਗਾਤਾਰ ਵੱਧਦੀ ਹੋਈ। 68 ਸਾਲਾ ਸ਼ਖਸ ਨੇ ਦਮ ਤੋੜ ਦਿੱਤਾ। ਲੁਧਿਆਣਾ ਦੇ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ। ਪਠਾਨਕੋਟ ਜ਼ਿਲ੍ਹੇ ਦੇ ਵਿੱਚ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਦੇ ਵਿੱਚ ਹੁਣ ਤੱਕ 73 ਲੋਕ ਕੋਰੋਨਾ ਦੀ ਵਜ੍ਹਾ ਦੇ ਨਾਲ ਜਾਨ ਗਵਾ ਚੁੱਕੇ ਨੇ। ਪਠਾਨਕੋਟ ਦਾ ਅਸੀਂ ਜ਼ਿਕਰ ਕਰ ਰਹੇ ਹਾਂ। 143 ਟੋਟਲ ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਨੇ ਤੇ 5 ਲੋਕਾਂ ਦੀ ਮੌਤ ਪਠਾਨਕੋਟ ਦੇ ਵਿੱਚ ਕੋਰੋਨਾ ਦੀ ਵਜ੍ਹਾ ਦੇ ਨਾਲ ਹੁਣ ਤੱਕ ਹੋ ਚੁੱਕੀ ਹੈ। ਬਹੁਤ ਜ਼ਬਰਦਸਤ ਤੇਜ਼ ਰਫ਼ਤਾਰ ਦਿਖੀ ਹੈ ਪਠਾਨਕੋਟ ਦੇ ਵਿੱਚ ਕੋਰੋਨਾ ਦੇ ਮਾਮਲੇ ਜਿਸ ਤਰੀਕੇ ਨਾਲ ਵਧੇ ਨੇ। ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਮਿਲ ਰਹੀ ਹੈ ਕਿ 68 ਸਾਲ ਦਾ ਇਹ ਸ਼ਖਸ ਹੈ, ਬਜ਼ੁਰਗ, ਜਿਸ ਦੀ ਮੌਤ ਹੋਈ ਹੈ ਤੇ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਇਹ ਵੀ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ 63 ਐਕਟਿਵ ਕੇਸ ਨੇ, ਜਦਕਿ 75 ਲੋਕ ਪਠਾਨਕੋਟ ਦੇ ਵਿੱਚ ਕੋਰੋਨਾ ਤੋਂ ਠੀਕ ਵੀ ਹੋਏ ਨੇ। 5 ਲੋਕਾਂ ਦੀ ਮੌਤ ਹੈ। ਇੱਕ ਮੌਤ ਦੀ ਜਿਹੜੀ ਹੁਣ ਜਾਣਕਾਰੀ ਮਿਲ ਰਹੀ ਹੈ, 4 ਮੌਤਾਂ ਪਹਿਲਾਂ ਹੋਈਆਂ ਸੀ, ਇੱਕ ਹੋਰ ਮੌਤ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਤਾਂ ਪੰਜਾਬ ਦੇ ਵਿੱਚ 73 ਤੱਕ ਗਿਣਤੀ ਇਸ ਸਮੇਂ ਪਹੁੰਚ ਚੁੱਕੀ ਹੈ ਤੇ ਅੰਕੜਾ ਲਗਾਤਾਰ ਵਧਦਾ ਹੋਇਆ। चिंता इसे करके है कि ਅਸੀਂ लगातार जिक्र कर रहे हैं कि बहुत सारे लोग ठीक हो रहे हैं, राहत भरी खबर आती है, पर इस उचाले कोरोना का कहर देखो कि मामले लगातार वध भी रहे हैं ते मौतों की गिणती बहुत तेजी दे नाल वध रही है। पिछले 2-3 दिनों के पंजाब दे विच लगातार केसेस सामने आए हैं ते हुण खबर आई है पठानकोट तो, जिथे एक शख्स की मौत हो गई। 68 साला यह शख्स। सीधा रुख करते हैं पठानकोट का। सुखजिंदर कुमार मेरे सहयोगी साडे नाल फोन लाइन ते ने। सुखजिंदर, की कुछ तुहाडे कोल जानकारी, एक होर मौत की जानकारी, क्योंकि मौतों का अंकड़ा भी वध रहा पठानकोट च, दूजे पासे केसिस भी लगातार उन्हां च भी इजाफा हो रहा है। मैं दसना चाहूँगा कि पिछले कुछ दिनों तो लगातार जी है केसां की गिनती जी बड़े पैमाने के वध रही है। जिस शख्स की मौत हुई है लुधियाने साह की बीमारी करके जो अपना इलाज करवाने वास्ते गया सीगा, पर उत्थे इलाज दौरान इसकी मौत हो गई। उसके बाद जो इसका कोरोना टेस्ट किया गया तो कोरोना पॉजिटिव पाया गया। फिलहाल जेकर आप मौके की गल करिए तो इस वेले जिले के 143 जोड़े मरीज सामने आ चुके हैं, जिन्हों 75 ठीक हो चुके हैं ਤੇ ਜਿਹੜੇ 63 ਨੇ ਉਹ ਐਕਟਿਵ ਮਰੀਜ਼ ਨੇ ਤੇ ਜਿਹੜੀ ਗਿਣਤੀ ਹੈ ਮਰਨ ਵਾਲਿਆਂ ਦੀ ਉਹ ਵੱਧ ਕੇ 4 ਤੋਂ 5 ਹੋ ਗਈ ਹੈ। ਜੀ ਗੌਰਵ, ਤਾਂ 5 ਲੋਕਾਂ ਦੀ ਮੌਤ ਦੀ ਖਬਰ ਹੁਣ ਤੱਕ ਸਾਹਮਣੇ ਆ ਚੁੱਕੀ ਹੈ। ਸ਼ੁਕਰੀਆ, ਧੰਨਵਾਦ ਸੁਖਜਿੰਦਰ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਅੰਕੜਾ ਪੰਜਾਬ ਦੇ ਵਿੱਚ ਵਾਧਾ ਹੋਇਆ ਲਗਾਤਾਰ। ਅਸੀਂ ਜ਼ਿਕਰ ਕਰੀਏ 3000 ਤੋਂ ਬਾਹਰ 3100 ਦੇ ਨੇੜੇ ਪੂਰਾ ਅੰਕੜਾ ਪਹੁੰਚ ਚੁੱਕਾ ਹੈ ਤੇ ਇਸ ਵਿਚਾਲੇ ਮੌਤਾਂ ਦੀ ਗਿਣਤੀ ਜਿਹੜੀ ਆ 73 ਤੱਕ ਪਹੁੰਚ ਚੁੱਕੀ ਹੈ ਤੇ 5ਵੀਂ ਮੌਤ ਹੈ ਜੋ ਪਠਾਨਕੋਟ ਦੇ ਵਿੱਚ ਕੋਰੋਨਾ ਦੀ ਵਜ੍ਹਾ ਦੇ ਨਾਲ ਹੋਈ ਹੈ। ਇਹ ਅਸੀਂ ਲਗਾਤਾਰ ਇਹ ਵੀ ਸਾਫ਼ ਕਰ ਰਹੇ ਹਾਂ ਕਿ ਕੋਰੋਨਾ ਦੇ ਨਾਲ ਇਹ ਲੋਕ ਜਿਹੜੇ ਹੁਣ ਤੱਕ ਪੂਰੇ ਦੇਸ਼ ਜਾਂ ਦੁਨੀਆ ਦੇ ਵਿੱਚ ਅੰਕੜੇ ਸਾਹਮਣੇ ਆਏ ਨੇ ਮੌਤਾਂ ਦੇ, ਉਹਨਾਂ ਲੋਕਾਂ ਦੇ ਉੱਤੇ ਕੋਰੋਨਾ ਜ਼ਿਆਦਾ ਅਸਰ ਦਿਖਾ ਰਿਹਾ ਜਿਹੜੇ ਕੁਝ ਹੋਰ ਬਿਮਾਰੀਆਂ ਦੇ ਨਾਲ ਵੀ ਪੀੜਤ ਨੇ। ਤਾਂ ਅਸੀਂ ਇਹ ਲਗਾਤਾਰ ਦੇਖਿਆ ਕਿ ਜਿਹੜੀਆਂ ਮੌਤਾਂ ਦੀਆਂ ਖਬਰਾਂ ਆਉਂਦੀਆਂ ਨੇ ਉਹਨਾਂ ਦੇ ਵਿੱਚ ਇਹ ਵੀ ਸਾਫ਼ ਹੁੰਦਾ ਕਿ ਕੁਝ ਹੋਰ ਬਿਮਾਰੀਆਂ ਵੀ ਸੀ ਉਹਨਾਂ ਨੂੰ, ਤੇ ਬਹੁਤ ਸਾਰੇ ਲੋਕ ਜਿਨ੍ਹਾਂ ਦਾ ਇਮਿਊਨ ਸਿਸਟਮ ਬਹੁਤ ਵਧੀਆ ਹੈ, ਜਿਨ੍ਹਾਂ ਨੂੰ ਕੋਈ ਹੋਰ ਦਿੱਕਤ ਨਹੀਂ ਹੈ, ਉਹ ਕੋਰੋਨਾ ਤੋਂ ਬਹੁਤ ਜਲਦੀ ਰਿਕਵਰ ਵੀ ਕਰ ਰਹੇ ਨੇ। ਤੇ ਬਹੁਤ ਸਾਰੀ ਗਿਣਤੀ ਇਸ ਕਰਕੇ ਪੂਰੇ ਦੇਸ਼ ਦੇ ਵਿੱਚ ਲਗਾਤਾਰ ਸਾਹਮਣੇ ਆਉਂਦੀ ਹੈ ਕਿ ਲੋਕਾਂ ਦੇ ਵੱਲੋਂ ਜਿਹੜਾ ਕੋਰੋਨਾ ਨੂੰ ਮਾਤ ਦਿੱਤੀ ਜਾ ਰਹੀ ਹੈ। ਹੁਣ ਤੁਹਾਨੂੰ ਦੱਸਦੇ ਹਾਂ ਇੱਕ ਕਰਕੇ ਹਰ ਇੱਕ ਜਗ੍ਹਾ ਦਾ ਹਾਲ ਕਿ ਇਸ ਸਮੇਂ ਪੂਰੇ ਦੇਸ਼ ਦੇ ਵਿੱਚ ਹਾਲ ਕੀ ਨੇ, ਕਿੰਨੇ ਕੋਰੋਨਾ ਦੇ ਪੇਸ਼ੈਂਟਸ ਆ ਚੁੱਕੇ ਨੇ ਤੇ ਉਸ ਤੋਂ ਬਾਅਦ ਅਸੀਂ ਪੰਜਾਬ ਦਾ ਵੀ ਰੁਖ ਕਰਾਂਗੇ, ਤੁਹਾਡੇ ਜ਼ਿਲ੍ਹੇ ਦਾ ਵੀ ਹਾਲ ਤੁਹਾਨੂੰ ਦੱਸਾਂਗੇ ਕਿ ਕਿੰਨੇ ਤੁਹਾਡੇ ਜ਼ਿਲ੍ਹੇ ਦੇ ਵਿੱਚ ਕੇਸ ਨੇ। ਸ਼ੁਰੂਆਤ ਕਰਦੇ ਹਾਂ ਪੂਰੇ ਦੇਸ਼ ਦੇ ਉੱਤੇ। ਸਭ ਤੋਂ ਪਹਿਲਾਂ ਨਜ਼ਰ ਕਿ ਇਸ ਸਮੇਂ ਪੂਰੇ ਦੇਸ਼ ਦੇ ਵਿੱਚ ਕਿੰਨੇ ਅੰਕੜੇ ਨੇ। ਅੰਕੜੇ ਕੀ ਕਹਿੰਦੇ ਨੇ, 3,20,000 ਤੋਂ ਪਾਰ ਹੋ ਚੁੱਕਾ ਹੈ ਪੂਰੇ ਦੇਸ਼ ਦੇ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ। ਹਰ ਦਿਨ 11,000 ਦੇ ਕਰੀਬ ਅੰਕੜੇ ਸਾਹਮਣੇ ਆ ਰਹੇ ਨੇ, ਕੇਸਿਸ ਸਾਹਮਣੇ ਆ ਰਹੇ ਨੇ ਪੂਰੇ ਦੇਸ਼ ਦੇ ਵਿੱਚ। ਇਸ ਸਮੇਂ ਅੰਕੜਾ ਦੇਖੋ 3,20,922 ਕੇਸਿਸ ਹੁਣ ਤੱਕ ਰਿਪੋਰਟ ਚੁੱਕੇ ਨੇ। 9,195 ਲੋਕਾਂ ਨੇ ਦਮ ਤੋੜ ਦਿੱਤਾ ਕੋਰੋਨਾ ਦੀ ਵਜ੍ਹਾ ਦੇ ਨਾਲ, ਜਦਕਿ ਅਸੀਂ ਗੱਲ ਕਰੀਏ ਠੀਕ ਹੋਏ ਲੋਕਾਂ ਦੀ, ਉਹ ਵੀ ਅੰਕੜਾ ਜ਼ਰੂਰੀ ਹੈ ਦੱਸਣਾ ਕਿਉਂਕਿ ਇਹੀ ਅੰਕੜਾ ਸਭ ਤੋਂ ਅਹਿਮ ਹੈ। ਜਿਹੜੇ ਲੋਕ ਲਗਾਤਾਰ ਕੋਰੋਨਾ ਨੂੰ ਮਾਤ ਦੇ ਰਹੇ ਨੇ, 1,62,378 ਤੁਸੀਂ ਅੰਕੜਾ ਦੇਖ ਰਹੇ ਹੋ ਜਿਨ੍ਹਾਂ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ। ਤਾਂ ਗਿਣਤੀ ਠੀਕ ਹੋਣ ਵਾਲੇ ਲੋਕਾਂ ਦੀ ਲਗਾਤਾਰ ਵੱਧ ਰਹੀ ਹੈ। ਖਾਸ ਇਹ ਵੀ ਹੈ ਕਿ ਜਿਹੜੇ ਮਰੀਜ਼ ਨੇ ਉਹਨਾਂ ਦੇ ਨਾਲੋਂ ਵੀ ਹੁਣ ਜ਼ਿਆਦਾ ਇਸ ਸਮੇਂ ਠੀਕ ਹੋਏ ਲੋਕ ਹੋ ਚੁੱਕੇ ਨੇ, ਜੋ ਇੱਕ ਰਾਹਤ ਦੀ ਖਬਰ ਲਾਜ਼ਮੀ ਤੌਰ ਦੇ ਉੱਤੇ ਹੈਗੀ ਹੈ। ਅੱਗੇ ਵਧਦੇ ਹਾਂ ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਇੱਕ ਦਿਨ ਦੇ ਵਿੱਚ ਕਿੰਨੇ ਨਵੇਂ ਮਾਮਲੇ ਸਾਹਮਣੇ ਆਏ ਨੇ। ਪਿਛਲੇ 3 ਦਿਨਾਂ ਦਾ ਹਾਲ ਤੁਹਾਨੂੰ ਦੱਸਾਂਗੇ। 13 ਜੂਨ ਨੂੰ, 12 ਜੂਨ ਨੂੰ ਤੇ 11 ਜੂਨ ਨੂੰ ਕਿੰਨੇ ਕੇਸਿਸ ਸਾਹਮਣੇ ਆਏ ਨੇ ਉਹ ਤੁਹਾਨੂੰ ਦੱਸਾਂਗੇ। ਤਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ
24 ਘੰਟੇ ਦੇ ਵਿੱਚ 11000 ਤੋਂ ਜ਼ਿਆਦਾ ਮਾਮਲੇ ਰਿਪੋਰਟ ਕੀਤੇ ਗਏ ਨੇ। ਤਕਰੀਬਨ 11929 ਇਹ ਸਭ ਤੋਂ ਵੱਡਾ ਅੰਕੜਾ। ਤੁਸੀਂ ਪੂਰਾ ਗ੍ਰਾਫ ਦੇਖ ਰਹੇ ਹੋ ਕਿਸ ਤਰੀਕੇ ਨਾਲ ਅਸਮਾਨ ਤੇ ਬਲ ਵੱਧ ਰਿਹਾ, ਛੋ ਰਿਹਾ ਅਸਮਾਨ ਨੂੰ। 11929 ਕੇਸ ਰਿਪੋਰਟ ਕੀਤੇ ਗਏ ਨੇ ਪਿਛਲੇ 24 ਘੰਟਿਆਂ 'ਚ। ਮੈਂ 13 ਜੂਨ ਦਾ ਅੰਕੜਾ ਦੱਸ ਰਿਹਾ। ਉਸ ਤੋਂ ਬਾਅਦ ਅਸੀਂ 12 ਜੂਨ ਦੇ ਉੱਤੇ ਜਾਈਏ ਤਾਂ 12 ਜੂਨ ਨੂੰ ਵੀ 11000 ਤੋਂ ਜ਼ਿਆਦਾ ਮਾਮਲੇ ਸੀ ਤੇ 11458 ਕੇਸਿਸ ਰਿਪੋਰਟ ਕੀਤੇ ਗਏ ਸੀ। ਉਸ ਤੋਂ ਇੱਕ ਦਿਨ ਪਹਿਲਾਂ ਤੁਸੀਂ ਚਲੇ ਜਾਓ ਤਾਂ ਉਦੋਂ ਤੁਹਾਨੂੰ ਪਤਾ ਲੱਗੇਗਾ 11 ਜੂਨ ਨੂੰ 10956 ਕੇਸਿਸ ਜਿਹੜੇ ਰਿਪੋਰਟ ਕੀਤੇ ਗਏ ਨੇ। ਤਾਂ ਗ੍ਰਾਫ ਲਗਾਤਾਰ ਵੱਧ ਰਿਹਾ ਹੈ। ਉਸ ਤੋਂ ਅਸੀਂ ਪਹਿਲੇ 3 ਦਿਨਾਂ ਦੀ ਗੱਲ ਕਰੀਏ ਤਾਂ 9900 ਦੇ ਕਰੀਬ ਮਾਮਲੇ ਆ ਰਹੇ ਸੀ, 10000 ਤੋਂ ਥੱਲੇ ਸੀ, ਹਾਲਾਂਕਿ ਬਹੁਤ ਬਿਲਕੁਲ 10000 ਨੂੰ ਟੱਚ ਕਰ ਰਹੇ ਸੀ ਔਰ ਇਹ ਅੰਕੜਾ ਲਗਾਤਾਰ ਵਧਦਾ ਹੋਇਆ ਦੇਖੋ ਤਕਰੀਬਨ 12000 ਤੱਕ ਹੁਣ ਅੰਕੜਾ ਪਹੁੰਚ ਚੁੱਕਾ ਹੈ। ਜੇਕਰ ਅਸੀਂ ਪਿਛਲੇ 24 ਘੰਟਿਆਂ ਦਾ ਜ਼ਿਕਰ ਕਰੀਏ 11929 ਕੇਸਿਸ ਸਭ ਕੁਝ ਬਿਆਨ ਕਰ ਰਹੇ ਨੇ ਕਿ ਖਤਰਾ ਇਸ ਸਮੇਂ ਲਾਜ਼ਮੀ ਤੌਰ ਤੇ ਬਹੁਤ ਹੈ ਪੂਰੇ ਦੇਸ਼ ਦੇ ਉੱਤੇ। ਕਰੋਨਾ ਜਿਸ ਤਰੀਕੇ ਨਾਲ ਪੈਰ ਪਸਾਰ ਰਿਹਾ ਹੈ, ਅਸੀਂ ਅੱਗੇ ਵਧਦੇ ਹਾਂ ਤੇ ਹੁਣ ਗੱਲ ਹੋਵੇਗੀ ਮੌਤਾਂ ਦੀ ਗਿਣਤੀ ਦੀ। ਮੌਤਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ ਤੇ ਉਹ ਵੀ ਤੁਹਾਨੂੰ ਦੱਸਦੇ ਹਾਂ ਕਿ ਕੀ ਕੁਝ ਪਿਛਲੇ 24 ਘੰਟੇ ਤੇ ਪਿਛਲੇ 3 ਦਿਨਾਂ ਦੇ ਵਿੱਚ ਚੱਲ ਰਿਹਾ ਹੈ। 13 ਜੂਨ ਦਾ ਸਭ ਤੋਂ ਪਹਿਲਾਂ ਮੈਂ ਜ਼ਿਕਰ ਕਰਨਾ ਤਾਂ 311 ਲੋਕਾਂ ਦੀ ਮੌਤ ਹੋਈ ਹੈ। ਇਹ ਥੋੜਾ ਜਿਹਾ ਅੰਕੜਾ ਘਟਿਆ ਹੈ ਪਿਛਲੇ 2 ਦਿਨਾਂ ਤੋਂ ਦੇਖਿਆ ਜਾਵੇ। ਜੋ ਤੁਸੀਂ ਗ੍ਰਾਫਿਕ ਦੇ ਜ਼ਰੀਏ ਦੇਖ ਰਹੇ ਹੋ ਇਹ ਦੇਖੋ ਕਿ ਅੰਕੜਾ ਕਿਸ ਤਰੀਕੇ ਨਾਲ ਵੱਧ ਰਹੇ ਨੇ। ਪਰ 311 ਲੋਕਾਂ ਦੀ ਮੌਤ ਅਸੀਂ 13 ਜੂਨ ਦਾ ਅੰਕੜਾ ਦਿਖਾ ਰਹੇ ਹਾਂ ਕਿ ਜੋ 24 ਘੰਟਿਆਂ ਦੇ ਵਿੱਚ ਮੌਤਾਂ ਹੋਈਆਂ ਨੇ। 12 ਜੂਨ ਦਾ ਅੰਕੜਾ ਦੇਖੋ, 12 ਜੂਨ ਨੂੰ 386 ਦੇ ਕਰੀਬ ਮੌਤਾਂ ਹੋਈਆਂ ਸੀ, 386, ਜਦਕਿ ਉਸ ਤੋਂ ਇੱਕ ਦਿਨ ਪਹਿਲਾਂ 11 ਜੂਨ ਨੂੰ 396 ਲੋਕਾਂ ਦੀ ਮੌਤ ਹੋ ਗਈ ਸੀ। ਯਾਨੀ ਕਿ 3 ਦਿਨ ਬਿਆਨ ਕਰਨ ਦੇ ਲਈ ਕਾਫੀ ਨੇ ਕਿ ਮੌਤਾਂ ਦਾ ਅੰਕੜਾ ਤਾਂ ਲਗਾਤਾਰ ਵਧਿਆ ਹੈ, ਜੋ ਚਿੰਤਾ ਨੂੰ ਵਧਾਉਣ ਵਾਲਾ ਹੈ। ਹਾਲਾਂਕਿ ਥੋੜੀ ਜਿਹੀ ਰਾਹਤ ਹੈ ਕਿ 13 ਜੂਨ ਦੇ ਤੁਸੀਂ 311 ਤੱਕ ਮੌਤਾਂ ਦੀ ਗਿਣਤੀ ਪਹੁੰਚੀ, ਥੋੜੀ ਜਿਹੀ ਘੱਟ ਹੋਈ ਹੈ। ਉਮੀਦ ਕਰਾਂਗੇ ਘਟਦੀ ਬਿਲਕੁਲ ਜ਼ੀਰੋ ਤੱਕ ਜਲਦ ਤੋਂ ਜਲਦ ਪਹੁੰਚ ਜਾਵੇ ਕਿਉਂਕਿ ਮੌਤਾਂ ਦਾ ਅੰਕੜਾ ਪੂਰੇ ਦੇਸ਼ ਦੇ ਵਿੱਚ ਲਗਾਤਾਰ ਵਧ ਰਿਹਾ ਹੈ। ਉਸ ਤੋਂ ਬਾਅਦ ਅਸੀਂ ਅੱਗੇ ਵਧਾਂਗੇ ਤੇ ਹੁਣ ਗੱਲ ਕਰਾਂਗੇ ਕਿ ਜਿਹੜੇ ਸੂਬੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ ਉਹ ਕਿਹੜੇ ਸੂਬੇ ਨੇ, ਉੱਥੇ ਕੀ ਹਾਲ ਹੈ ਇਸ ਸਮੇਂ, ਕਿੰਨੇ ਕੇਸ ਨੇ, ਕਿੰਨੇ ਐਕਟਿਵ ਮਾਮਲੇ ਨੇ। ਤਾਂ 3 ਸੂਬੇ ਜੋ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ। ਨੰਬਰ 1 ਤੇ ਮੁੰਬਈ ਮਹਾਰਾਸ਼ਟਰ। ਜੀ ਹਾਂ, ਮਹਾਰਾਸ਼ਟਰ ਨੰਬਰ 1 ਦੇ ਉੱਤੇ ਹੈ। ਮੁੰਬਈ ਸਭ ਤੋਂ ਵੱਡਾ ਸ਼ਹਿਰ ਜੋ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਇਹ ਵੀ ਤੁਹਾਨੂੰ ਦੱਸ ਦਈਏ ਦੇਸ਼ ਦੀ ਆਰਥਿਕ ਰਾਜਧਾਨੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ ਤੇ ਦੇਸ਼ ਦੀ ਰਾਜਧਾਨੀ ਦਿੱਲੀ ਵੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਉਹ ਪਹਿਲੇ 3 ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ। ਮਹਾਰਾਸ਼ਟਰ, ਤਮਿਲਨਾਡੂ ਤੇ ਦਿੱਲੀ, ਇਹ ਤਿੰਨੇ ਥਾਵਾਂ ਨੇ ਜਿੱਥੇ ਸਭ ਤੋਂ ਜ਼ਿਆਦਾ ਇਸ ਸਮੇਂ ਕਰੋਨਾ ਦੇ ਮਾਮਲੇ ਨੇ। ਮਹਾਰਾਸ਼ਟਰ ਦੇ ਵਿੱਚ ਤਾਂ 1 ਲੱਖ ਤੋਂ ਪਾਰ ਹੋ ਚੁੱਕੀ ਹੈ ਗਿਣਤੀ, 1,04,568 ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਨੇ। ਜਦਕਿ ਤਮਿਲਨਾਡੂ ਦੇ ਵਿੱਚ ਅਸੀਂ ਜ਼ਿਕਰ ਕਰੀਏ ਤਾਂ 42000 ਤੋਂ ਜ਼ਿਆਦਾ ਮਾਮਲੇ ਨੇ, 42687 ਤੇ ਦਿੱਲੀ ਦਾ ਵੀ ਤੁਸੀਂ ਜ਼ਿਕਰ ਕਰੋ ਤਕਰੀਬਨ 39000 38958 ਕੇਸ ਹੁਣ ਤੱਕ ਰਿਪੋਰਟ ਕੀਤੇ ਜਾ ਚੁੱਕੇ ਨੇ ਦਿੱਲੀ ਦੇ ਵਿੱਚ। ਹੁਣ ਮੈਂ ਅੱਗੇ ਵਧਦਾ ਤੇ ਤੁਹਾਨੂੰ ਦੱਸਾਂਗੇ ਇਹਨਾਂ 3 ਸੂਬਿਆਂ ਦੇ ਵਿੱਚ ਐਕਟਿਵ ਕੇਸ ਇਸ ਸਮੇਂ ਕਿੰਨੇ ਨੇ, ਯਾਨੀ ਕਿ ਕਰੋਨਾ ਦੇ ਪੇਸ਼ੈਂਟਸ ਕਿੰਨੇ ਨੇ। ਮਹਾਰਾਸ਼ਟਰ ਤੋਂ ਸ਼ੁਰੂਆਤ ਕਰਦੇ ਹਾਂ। ਤਕਰੀਬਨ 50% ਇਸ ਸਮੇਂ ਐਕਟਿਵ ਕੇਸ ਮਹਾਰਾਸ਼ਟਰ ਦੇ ਵਿੱਚ ਹੈਗੇ ਨੇ। ਗ੍ਰਾਫ ਦੇਖੋ 1 ਲੱਖ ਤੋਂ ਪਾਰ ਟੋਟਲ ਅੰਕੜਾ, ਪਰ ਜਿਹੜੇ ਲੋਕ ਇਸ ਸਮੇਂ ਐਕਟਿਵ ਨੇ ਜਿਨ੍ਹਾਂ ਨੂੰ ਇਸ ਸਮੇਂ ਕਰੋਨਾ ਦੀ ਸ਼ਿਕਾਇਤ ਹੈ ਉਹ 51392 ਤੱਕ ਅੰਕੜਾ, 50000 ਤੋਂ ਜ਼ਿਆਦਾ। ਮਹਾਰਾਸ਼ਟਰ ਦੇ ਵਿੱਚ, ਮੁੰਬਈ ਦੇ ਵਿੱਚ, ਪੂਰੇ ਇਲਾਕੇ ਦੇ ਵਿੱਚ, ਪੂਰੇ ਸੂਬੇ ਦੇ ਵਿੱਚ 50000 ਤੋਂ ਜ਼ਿਆਦਾ ਇਸ ਸਮੇਂ ਮਰੀਜ਼ ਹੈਗੇ ਨੇ। ਤਮਿਲਨਾਡੂ ਦੇ ਵਿੱਚ ਰਿਕਵਰੀ ਰੇਟ ਬਹੁਤ ਵਧੀਆ ਰਹੀ ਹੈ, ਇਸ ਕਰਕੇ ਐਕਟਿਵ ਕੇਸ ਥੋੜੇ ਜਿਹੇ ਘਟ ਗਏ ਨੇ। 18881 ਮਾਮਲੇ ਇਸ ਸਮੇਂ ਐਕਟਿਵ ਕੇਸਿਸ ਹੈਗੇ ਨੇ ਜੇ ਗੱਲ ਅਸੀਂ ਕਰੀਏ ਤਮਿਲਨਾਡੂ ਦੀ। ਉਸ ਤੋਂ ਬਾਅਦ ਦਿੱਲੀ ਦਾ ਰੁਖ ਕਰਦੇ ਹਾਂ। ਦਿੱਲੀ 'ਚ ਚਿੰਤਾਜਨਕ ਹਾਲਾਤ ਬਣੇ ਹੋਏ ਨੇ, ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ। 22000 ਤੋਂ ਜ਼ਿਆਦਾ 22742 ਲੋਕ ਇਸ ਸਮੇਂ ਵੀ ਐਕਟਿਵ ਕੇਸਿਸ ਹੈਗੇ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਹਸਪਤਾਲਾਂ ਦੇ ਵਿੱਚ, ਆਈਸੋਲੇਸ਼ਨ ਵਾਰਡਸ ਦੇ ਵਿੱਚ। ਕੋਈ ਵੈਂਟੀਲੇਟਰ ਤੇ ਹੈ, ਕੋਈ ਕਿਵੇਂ ਹੈ, ਯਾਨੀ ਕਿ ਲੋਕਾਂ ਦਾ ਲਗਾਤਾਰ ਇਲਾਜ ਕੀਤਾ ਜਾ ਰਿਹਾ ਹੈ ਜੇ ਅਸੀਂ ਗੱਲ ਕਰੀਏ ਇਹਨਾਂ ਅੰਕੜਿਆਂ ਦੀ ਦਿੱਲੀ ਦੀ। ਉਸ ਤੋਂ ਬਾਅਦ ਹੁਣ ਰੁਕ ਕਰਦੇ ਹਾਂ ਕਿਉਂਕਿ ਤੁਸੀਂ ਇਹ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਇਹ ਅੰਕੜੇ ਲਗਾਤਾਰ ਸਾਹਮਣੇ ਆ ਰਹੇ ਨੇ ਪਰ ਟੈਸਟ ਕਿੰਨੇ ਹੋ ਰਹੇ ਨੇ ਪੂਰੇ ਦੇਸ਼ ਦੇ ਵਿੱਚ, ਇੱਕ ਦਿਨ 'ਚ ਟੈਸਟ ਕਿੰਨੇ ਹੁੰਦੇ ਨੇ। ਤਾਂ ਉਹ ਅੰਕੜਾ ਤੁਹਾਨੂੰ ਦੱਸਦੇ ਹਾਂ। ਇੱਕ ਦਿਨ ਦੇ ਵਿੱਚ ਟੈਸਟ ਹੋਏ ਨੇ 1,51,000 ਤੋਂ ਪਾਰ ਅੰਕੜਾ ਪਹੁੰਚਿਆ 1,51,432। ਦੇਖੋ ਜਿੰਨੇ ਟੈਸਟ ਹੁੰਦੇ ਰਹਿਣਗੇ ਤਾਂ ਉਹ ਸਭ ਤੋਂ ਵਧੀਆ, ਕਿਉਂਕਿ ਲੋਕਾਂ ਨੂੰ ਜਲਦ ਪਤਾ ਲੱਗੇਗਾ ਕਿ ਉਹ ਕਰੋਨਾ ਤੋਂ ਪੀੜਤ ਹੈਗੇ ਨੇ ਜਾਂ ਨਹੀਂ ਨੇ। ਪਰ 1,51,000 ਤੱਕ 1,51,000 ਤੋਂ ਜ਼ਿਆਦਾ ਟੈਸਟ ਹੋ ਰਹੇ ਨੇ। ਉਸ ਤੋਂ ਇੱਕ ਦਿਨ ਪਹਿਲਾਂ 1,43,737 ਟੈਸਟ ਹੋਏ ਸੀ। ਉਸ ਤੋਂ ਇੱਕ ਦਿਨ ਪਹਿਲਾਂ ਦੇਖੋ 1.5 ਲੱਖ ਦੇ ਕਰੀਬ ਟੈਸਟ ਹੋਏ ਸੀ, 1,50,305। ਤਾਂ ਇਹ ਵੀ 3 ਦਿਨ ਦਾ ਅੰਕੜਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਟੈਸਟ ਦੀ ਰਫ਼ਤਾਰ ਇਸ ਸਮੇਂ ਦੇਸ਼ ਦੇ ਵਿੱਚ ਤਕਰੀਬਨ 1.5 ਲੱਖ ਦੇ ਕਰੀਬ ਹੈ। ਰੋਜ਼ਾਨਾ 1.5 ਲੱਖ ਪੂਰੇ ਦੇਸ਼ ਦੇ ਵਿੱਚ ਟੈਸਟ ਹੋ ਰਹੇ ਨੇ। ਹੁਣ ਅੱਗੇ ਵਧਦੇ ਹਾਂ ਤੇ ਗੱਲ ਕਰਾਂਗੇ ਪੰਜਾਬ ਦੀ। ਪੰਜਾਬ ਦੇ ਸਭ ਤੋਂ ਵੱਧ ਪ੍ਰਭਾਵਿਤ ਜਿਹੜੇ ਜ਼ਿਲ੍ਹੇ ਨੇ ਉਹਨਾਂ ਦਾ ਜ਼ਿਕਰ ਕਰਾਂਗੇ। ਤਾਂ ਸਭ ਤੋਂ ਵੱਧ ਜਿਹੜੇ ਪ੍ਰਭਾਵਿਤ ਜ਼ਿਲ੍ਹੇ ਨੇ ਪੰਜਾਬ ਦੇ, ਉਹਨਾਂ ਦੇ ਉੱਤੇ ਨਜ਼ਰ ਪਾਓ। ਲਗਾਤਾਰ ਇਹੀ 3 ਜ਼ਿਲ੍ਹੇ ਨੇ ਜਿਹੜੇ ਬਣੇ ਹੋਏ ਨੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ। ਅੰਮ੍ਰਿਤਸਰ ਨੰਬਰ 1 ਦੇ ਉੱਤੇ ਹੈ, 600 ਤੋਂ ਜ਼ਿਆਦਾ ਕੇਸ, 601 ਕੇਸ ਰਿਪੋਰਟ ਕੀਤੇ ਜਾ ਚੁੱਕੇ ਨੇ। ਉਸ ਤੋਂ ਬਾਅਦ ਦੇਖੋ ਜਲੰਧਰ ਤੋਂ ਬਾਅਦ ਦੇਖੋ ਲੁਧਿਆਣਾ।
ਜਲੰਧਰ ਦਾ ਮੈਂ ਜ਼ਿਕਰ ਕਰਾਂ ਤਾਂ 328 ਮਾਮਲੇ ਨੇ। ਉਸ ਤੋਂ ਬਾਅਦ ਅਸੀਂ ਲੁਧਿਆਣਾ ਦਾ ਜ਼ਿਕਰ ਕਰੀਏ ਤਾਂ 360 ਮਾਮਲੇ ਨੇ, ਯਾਨੀ ਕਿ ਨੰਬਰ 1 ਤੇ ਇਸ ਸਮੇਂ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚੋਂ ਅੰਮ੍ਰਿਤਸਰ ਹੈ। ਨੰਬਰ 2 ਦੇ ਉੱਤੇ ਇਸ ਸਮੇਂ ਪਹੁੰਚ ਗਿਆ ਹੈ ਲੁਧਿਆਣਾ, 360 ਮਾਮਲੇ ਹੋ ਗਏ ਨੇ। ਤੇ ਗੱਲ ਕਰੀਏ ਅਸੀਂ ਜਲੰਧਰ ਦੀ ਤਾਂ ਇੱਥੇ 328 ਮਾਮਲੇ ਨੇ ਤੇ ਤੀਜੇ ਨੰਬਰ ਤੇ ਜਲੰਧਰ ਇਸ ਸਮੇਂ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚੋਂ ਇੱਕ ਹੈ। ਰੁਕ ਕਰਦੇ ਹਾਂ ਤੇ ਹੁਣ ਅਸੀਂ ਤੁਹਾਨੂੰ ਦੱਸਾਂਗੇ ਇੱਕ ਜ਼ਿਲ੍ਹੇ ਦੇ ਇੱਕ ਹਾਲ ਕਿ ਕਿੰਨੇ ਐਕਟਿਵ ਕੇਸ ਨੇ, ਕਿੰਨੇ ਉੱਥੇ ਲੋਕ ਠੀਕ ਹੋ ਚੁੱਕੇ ਨੇ। ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਗੱਲ ਹੋਵੇਗੀ ਅੰਮ੍ਰਿਤਸਰ ਦੀ। ਅੰਮ੍ਰਿਤਸਰ ਦੇ ਵਿੱਚ ਇਸ ਸਮੇਂ ਕੀ ਹਾਲ ਹੈ? ਦੇਖੋ, ਅੰਮ੍ਰਿਤਸਰ ਦੇ ਵਿੱਚ ਹਾਲ ਤਾਂ ਬਹੁਤੇ ਵਧੀਆ ਨਹੀਂ ਕਿਉਂਕਿ ਹੁਣ ਤੱਕ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਟੋਟਲ ਅੰਕੜਾ ਦੇਖੋ 601 ਮਾਮਲੇ ਹੁਣ ਤੱਕ ਟੋਟਲ ਰਿਪੋਰਟ ਕੀਤੇ ਜਾ ਚੁੱਕੇ ਨੇ। ਹਾਲਾਂਕਿ ਇਹਨਾਂ ਦੇ ਵਿੱਚੋਂ 392 ਲੋਕਾਂ ਨੇ ਕਰੋਨਾ ਨੂੰ ਮਾਤ ਵੀ ਦੇ ਦਿੱਤੀ, ਪਰ 19 ਲੋਕਾਂ ਦੀ ਮੌਤ ਹੋਈ ਹੈ। ਤੇ ਪੂਰਾ ਕੈਲਕੂਲੇਟ ਕਰੀਏ ਤਾਂ 139 ਇਸ ਸਮੇਂ ਐਕਟਿਵ ਮਾਮਲੇ ਹੈਗੇ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ। ਅੰਮ੍ਰਿਤਸਰ ਤੋਂ ਬਾਅਦ ਰੁਕ ਕਰਾਂਗੇ ਜਲੰਧਰ ਦਾ। ਪੋਜ਼ਿਟਿਵ ਮਾਮਲੇ ਕਿੰਨੇ ਨੇ ਜਲੰਧਰ 'ਚ ਤੁਹਾਨੂੰ ਦਿਖਾਣੇ ਆ। ਪੋਜ਼ਿਟਿਵ ਮਾਮਲੇ ਜਿਵੇਂ ਮੈਂ ਜ਼ਿਕਰ ਕੀਤਾ ਸੀ 328 ਕੇਸਿਸ ਟੋਟਲ ਹੁਣ ਤੱਕ ਰਿਪੋਰਟ ਕੀਤੇ ਜਾ ਚੁੱਕੇ ਨੇ, ਜਦਕਿ 262 ਲੋਕ ਠੀਕ ਵੀ ਹੋ ਗਏ ਨੇ। 11 ਲੋਕਾਂ ਦੀ ਮੌਤ ਵੀ ਹੁਣ ਤੱਕ ਕਰੋਨਾ ਦੀ ਵਜ੍ਹਾ ਦੇ ਨਾਲ ਜਲੰਧਰ ਜ਼ਿਲ੍ਹੇ ਦੇ ਵਿੱਚ ਹੋ ਚੁੱਕੀ ਹੈ। ਤੇ ਐਕਟਿਵ ਮਾਮਲੇ ਇਸ ਸਮੇਂ ਜਲੰਧਰ ਦੇ ਵਿੱਚ 56 ਮਾਮਲੇ ਹੈਗੇ ਨੇ। ਉਸ ਤੋਂ ਬਾਅਦ ਰੁਕ ਕਰਦੇ ਹਾਂ ਲੁਧਿਆਣਾ ਜ਼ਿਲ੍ਹਾ ਦਾ। ਲੁਧਿਆਣਾ ਵੀ ਬਹੁਤ ਪ੍ਰਭਾਵਿਤ ਹੈ ਇਸ ਸਮੇਂ, ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਤੇ ਟੋਟਲ ਗਿਣਤੀ ਦੇਖੋ 360 ਤੱਕ ਪਹੁੰਚ ਚੁੱਕੀ ਹੈ। ਲੁਧਿਆਣਾ ਜ਼ਿਲ੍ਹਾ ਦਾ ਅਸੀਂ ਜ਼ਿਕਰ ਕਰੀਏ 195 ਲੋਕ ਠੀਕ ਹੋਏ ਨੇ, ਜਦਕਿ 11 ਲੋਕਾਂ ਨੇ ਕਰੋਨਾ ਦੇ ਨਾਲੋਂ ਜੰਗ ਹਾਰ ਗਏ ਨੇ। ਤੇ ਐਕਟਿਵ ਕੇਸਿਸ ਦਾ ਜ਼ਿਕਰ ਕਰੀਏ ਤਾਂ ਲੁਧਿਆਣਾ ਦੇ ਵਿੱਚ ਐਕਟਿਵ ਮਾਮਲੇ ਬਹੁਤ ਨੇ, 154 ਇਸ ਸਮੇਂ ਐਕਟਿਵ ਕੇਸਿਸ ਹੈਗੇ ਨੇ। ਉਸ ਤੋਂ ਬਾਅਦ ਅਸੀਂ ਰੁਕ ਕਰਦੇ ਹਾਂ ਤਰਨਤਾਰਨ ਦਾ। ਤਰਨਤਾਰਨ ਦੇ ਵਿੱਚ ਇਸ ਸਮੇਂ ਕੀ ਕੁਝ ਹਾਲਾਤ ਹੈ? ਤਰਨਤਾਰਨ ਦੇ ਵਿੱਚ ਪੋਜ਼ਿਟਿਵ ਕੇਸਿਸ ਹੈਗੇ ਨੇ 172 ਟੋਟਲ ਕੇਸਿਸ ਆ ਗਏ ਨੇ। 165 ਇਹਨਾਂ ਦੇ ਵਿੱਚੋਂ ਠੀਕ ਹੋਏ ਨੇ। 2 ਲੋਕਾਂ ਦੀ ਮੌਤ ਤਰਨਤਾਰਨ ਦੇ ਵਿੱਚ ਹੁਣ ਤੱਕ ਹੋ ਚੁੱਕੀ ਹੈ, ਜਦਕਿ 5 ਐਕਟਿਵ ਕੇਸ ਇਸ ਸਮੇਂ ਉੱਥੇ ਹੈਗੇ ਨੇ। ਲਗਾਤਾਰ ਉਹਨਾਂ ਦਾ ਇਲਾਜ ਚੱਲ ਰਿਹਾ ਹੈ। 5 ਕੇਸਿਸ ਹੈਗੇ ਨੇ। ਇੱਥੇ ਵੀ ਨਵੇਂ ਕੇਸ ਵੀ ਸਾਹਮਣੇ ਆਏ ਨੇ ਕਿ ASI ਦੀ ਲੰਘੇ ਦਿਨੀ ਮੌਤ ਹੋਈ ਸੀ, ਉਹ ਤਰਨਤਾਰਨ ਦਾ ਹੀ ਰਹਿਣ ਵਾਲਾ ਸੀ। ਹੁਣ ਅੱਗੇ ਵਧਾਂਗੇ, ਗੁਰਦਾਸਪੁਰ ਦਾ ਜ਼ਿਕਰ ਕਰਦਾ ਹਾਂ। ਗੁਰਦਾਸਪੁਰ ਦੇ ਵਿੱਚ ਕੀ ਹਾਲ ਨੇ? ਗੁਰਦਾਸਪੁਰ ਦਾ ਹਾਲ ਤੁਸੀਂ ਦੇਖੋ ਤਾਂ 167 ਮਾਮਲੇ ਹੁਣ ਤੱਕ ਟੋਟਲ ਹੋ ਚੁੱਕੇ ਨੇ। 142 ਲੋਕ ਗੁਰਦਾਸਪੁਰ ਦੇ ਵਿੱਚ ਕਰੋਨਾ ਨੂੰ ਮਾਤ ਦੇ ਚੁੱਕੇ ਨੇ। 3 ਲੋਕਾਂ ਦੀ ਮੌਤ ਵੀ ਹੋਈ ਹੈ। ਤੇ ਅੰਕੜਾ ਪੂਰਾ ਦੇਖੋ ਤਾਂ 22 ਇਸ ਸਮੇਂ ਐਕਟਿਵ ਕੇਸਿਸ ਇਸ ਸਮੇਂ ਗੁਰਦਾਸਪੁਰ ਦੇ ਵਿੱਚ ਹੈਗੇ ਨੇ। ਅੱਗੇ ਵਧਾਂਗੇ, ਬਰਨਾਲਾ ਜ਼ਿਲ੍ਹੇ ਦਾ ਜ਼ਿਕਰ ਹੋਏਗਾ। ਬਰਨਾਲਾ ਦੇ ਵਿੱਚ ਇਸ ਸਮੇਂ ਕੀ ਹਾਲ ਹੈ? ਬਰਨਾਲਾ ਦੇ ਵਿੱਚ ਦੇਖੋ ਟੋਟਲ ਕੇਸਿਸ ਦਾ ਮੈਂ ਜ਼ਿਕਰ ਕਰਾਂ ਤਾਂ 31 ਮਾਮਲੇ ਹੁਣ ਤੱਕ ਆ ਚੁੱਕੇ ਨੇ। 24 ਲੋਕਾਂ ਨੇ ਕਰੋਨਾ ਨੂੰ ਮਾਤ ਦਿੱਤੀ, ਜਦਕਿ ਇੱਕ ਸ਼ਖਸ ਦੀ ਮੌਤ ਹੋ ਗਈ। ਐਕਟਿਵ ਕੇਸਿਸ ਇਸ ਸਮੇਂ ਕਿੰਨੇ ਨੇ? ਜੇ ਅਸੀਂ ਇਸ ਜ਼ਿਲ੍ਹੇ ਦਾ ਜ਼ਿਕਰ ਕਰੀਏ ਤਾਂ 6 ਮਾਮਲੇ ਇਸ ਸਮੇਂ ਐਕਟਿਵ ਕੇਸਿਸ ਹੈਗੇ ਨੇ ਬਰਨਾਲਾ ਦੇ ਵਿੱਚ। ਬਰਨਾਲਾ ਤੋਂ ਬਾਅਦ ਰੁਕ ਕਰਾਂਗੇ ਪਠਾਨਕੋਟ ਦਾ। ਇਸ ਜ਼ਿਲ੍ਹਾ ਵੀ ਬਹੁਤ ਪ੍ਰਭਾਵਿਤ ਹੈ, ਲਗਾਤਾਰ ਇੱਥੇ ਗਿਣਤੀ ਵਧਦੀ ਹੋਈ। ਇਹ ਵੀ ਤੁਹਾਨੂੰ ਦੱਸ ਦਈਏ ਕਿ 5ਵੀਂ ਮੌਤ ਦੀ ਖਬਰ ਜਿਹੜੀ ਸ਼ੁਰੂਆਤ 'ਚ ਅਸੀਂ ਤੁਹਾਨੂੰ ਦੱਸੀ ਸੀ। ਤੇ ਇਸ ਸਮੇਂ ਟੋਟਲ ਕੇਸਿਸ ਦਾ ਜ਼ਿਕਰ ਕਰਦੀ ਹੈ 142 ਟੋਟਲ ਮਾਮਲੇ ਹੋ ਚੁੱਕੇ ਨੇ ਪਠਾਨਕੋਟ ਦੇ ਵਿੱਚ, ਜਦਕਿ ਇਹਨਾਂ ਦੇ ਵਿੱਚੋਂ 75 ਲੋਕ ਠੀਕ ਵੀ ਹੋਏ ਨੇ, 5 ਲੋਕਾਂ ਦੀ ਮੌਤ ਹੋਈ ਹੈ ਤੇ 62 ਇਸ ਸਮੇਂ ਐਕਟਿਵ ਕੇਸਿਸ ਵੀ ਹੈਗੇ ਨੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ। ਮਾਨਸਾ ਦਾ ਰੁਕ ਕਰਦੇ ਹਾਂ। ਮਾਨਸਾ ਦੇ ਵਿੱਚ ਹਾਲਾਤ ਨਹੀਂ ਬਦਲੇ ਨੇ, ਫਿਲਹਾਲ ਰਾਹਤ ਦੀ ਖਬਰ ਹੈ, ਨਵਾਂ ਮਾਮਲਾ ਕੋਈ ਨਹੀਂ। ਟੋਟਲ ਕੇਸਿਸ ਹੁਣ ਤੱਕ ਮਾਨਸਾ ਦੇ ਵਿੱਚ 35 ਰਿਪੋਰਟ ਕੀਤੇ ਗਏ, 35 ਦੇ ਵਿੱਚੋਂ 33 ਲੋਕ ਠੀਕ ਹੋ ਗਏ। 2 ਇਸ ਸਮੇਂ ਐਕਟਿਵ ਕੇਸਿਸ ਮਾਨਸਾ ਜ਼ਿਲ੍ਹੇ ਦੇ ਵਿੱਚ ਹੈਗੇ ਨੇ। ਮਾਨਸਾ ਤੋਂ ਬਾਅਦ ਰੁਕ ਕਰਾਂਗਾ ਕਪੂਰਥਲਾ ਦਾ। ਕਪੂਰਥਲਾ ਦੇ ਵਿੱਚ ਵੀ ਤੁਹਾਨੂੰ ਦੱਸ ਦਈਏ ਕਿ ਨਵਾਂ ਮਾਮਲਾ ਕੋਈ ਨਹੀਂ। 6 ਐਕਟਿਵ ਕੇਸਿਸ ਨੇ ਪਿਛਲੇ ਕਈ ਦਿਨਾਂ ਤੋਂ, ਕਿਉਂਕਿ 33 ਲੋਕ ਇੱਥੇ ਠੀਕ ਹੋ ਗਏ ਨੇ। 3 ਲੋਕਾਂ ਦੀ ਮੌਤ ਹੋ ਗਈ। 42 ਟੋਟਲ ਕੇਸਿਸ ਹੁਣ ਤੱਕ ਰਿਪੋਰਟ ਕੀਤੇ ਗਏ ਨੇ। 6 ਮਾਮਲੇ ਇਸ ਸਮੇਂ ਐਕਟਿਵ ਕੇਸ ਹੈਗੇ ਨੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ। ਉਸ ਤੋਂ ਬਾਅਦ ਅਸੀਂ ਰੁਕ ਕਰਦੇ ਹਾਂ ਬਠਿੰਡਾ ਦਾ। ਬਠਿੰਡਾ ਦੇ ਵਿੱਚ ਕੀ ਕੁਝ ਹਾਲ ਹੈ? ਤਾਂ ਬਠਿੰਡਾ ਦੇ ਵਿੱਚ ਰਾਹਤ ਹੈ ਕਿਉਂਕਿ 3 ਹੀ ਐਕਟਿਵ ਕੇਸ ਇੱਥੇ ਬਚੇ ਨੇ। 63 ਟੋਟਲ ਰਿਪੋਰਟ ਕੀਤੇ ਗਏ। 60 ਲੋਕਾਂ ਨੇ ਕਰੋਨਾ ਨੂੰ ਮਾਤ ਦੇ ਦਿੱਤੀ, ਜਦਕਿ 3 ਇਸ ਸਮੇਂ ਐਕਟਿਵ ਕੇਸਿਸ ਹੈਗੇ ਨੇ ਕਰੋਨਾ ਦੇ ਨਾਲ ਜੋ ਪੀੜਤ ਨੇ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਬਠਿੰਡਾ ਦਾ ਮੈਂ ਤੁਹਾਨੂੰ ਹਾਲ ਦੱਸਿਆ। ਉਸ ਤੋਂ ਬਾਅਦ ਅਸੀਂ ਰੁਕ ਕਰਾਂਗੇ, ਗੱਲ ਹੋਵੇਗੀ ਫਾਜ਼ਿਲਕਾ ਦੀ। ਫਾਜ਼ਿਲਕਾ 'ਚ ਕੀ ਕੁਝ ਹਾਲ ਹੈ ਤੁਹਾਨੂੰ ਦੱਸਦੇ ਹਾਂ। ਫਾਜ਼ਿਲਕਾ ਦੇ ਵਿੱਚ 50 ਲੋਕ ਕਰੋਨਾ ਦੇ ਨਾਲ ਪੀੜਤ, ਟੋਟਲ ਅੰਕੜਾ ਤੁਹਾਨੂੰ ਦੱਸਿਆ। ਇਹਨਾਂ ਵਿੱਚੋਂ 45 ਲੋਕ ਤਾਂ ਠੀਕ ਹੋ ਗਏ ਨੇ, ਜਦਕਿ 5 ਦਾ ਇਲਾਜ ਅਜੇ ਵੀ ਚੱਲ ਰਿਹਾ ਹੈ। ਇਹ ਫਾਜ਼ਿਲਕਾ ਦਾ ਅੰਕੜਾ ਤੁਹਾਡੇ ਸਾਹਮਣੇ। ਫਿਰੋਜ਼ਪੁਰ ਦਾ ਵੀ ਜ਼ਿਕਰ ਕਰ ਲੈਂਦੇ ਹਾਂ। ਫਿਰੋਜ਼ਪੁਰ 'ਚ ਕੀ ਹਾਲ ਹੈ? ਤਾਂ ਫਿਰੋਜ਼ਪੁਰ ਇਹ ਉਹ ਜ਼ਿਲ੍ਹਾ ਸੀ ਜਿਹੜਾ ਬਹੁਤ ਦਿਨਾਂ ਤੱਕ ਲਗਾਤਾਰ ਸੁਰੱਖਿਅਤ ਰਿਹਾ, ਇੱਥੇ ਕਰੋਨਾ ਫ੍ਰੀ ਸੀ, ਪਰ ਇੱਕ ਨਵਾਂ ਮਾਮਲਾ ਆਉਣ ਦੀ ਵਜ੍ਹਾ ਨਾਲ ਇੱਕ ਵਾਰ ਫਿਰ ਤੋਂ ਇੱਥੇ ਕਰੋਨਾ ਨੇ ਦਸਤਕ ਦਿੱਤੀ ਹੈ। 45 ਟੋਟਲ ਮਾਮਲੇ, 43 ਲੋਕ ਠੀਕ ਹੋ ਗਏ, ਇੱਕ ਸ਼ਖਸ ਦੀ ਮੌਤ ਹੋ ਗਈ ਸੀ। ਹੁਣ ਇੱਕ ਐਕਟਿਵ ਕੇਸ ਜੋ ਨਵਾਂ ਆਇਆ ਉਹ ਫਿਰੋਜ਼ਪੁਰ ਦੇ ਵਿੱਚ ਇਸ ਸਮੇਂ ਹੈਗਾ ਹੈ। ਉਸ ਤੋਂ ਬਾਅਦ ਅਸੀਂ ਰੁਕ ਕਰਾਂਗੇ ਫਤਿਹਗੜ੍ਹ ਸਾਹਿਬ ਦਾ। ਫਤਿਹਗੜ੍ਹ ਸਾਹਿਬ 'ਚ ਕੀ ਹਾਲ ਹੈ ਉਹ ਵੀ ਤੁਹਾਨੂੰ ਦੱਸਦੇ ਹਾਂ। ਤਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਇਸ ਸਮੇਂ 76 ਟੋਟਲ ਮਾਮਲੇ ਹੋ ਚੁੱਕੇ ਨੇ। ਉਹਨਾਂ ਦੇ ਵਿੱਚੋਂ 70 ਲੋਕ ਠੀਕ ਹੋ ਗਏ ਨੇ। 6 ਐਕਟਿਵ ਕੇਸ ਨੇ ਤੇ ਇੱਥੇ ਵੀ ਇੱਕ ਨਵਾਂ ਮਾਮਲਾ ਸਾਹਮਣੇ ਆਇਆ। ਇੱਥੋਂ ਦੀ ਤਹਿਸੀਲ ਬਸੀ ਪਠਾਣਾ ਤੋਂ, ਉੱਥੇ ਇੱਕ ਕੁੜੀ ਕਰੋਨਾ ਪੋਜ਼ਿਟਿਵ ਪਾਈ ਗਈ ਹੈ ਤੇ ਟੋਟਲ ਇਸ ਸਮੇਂ 6 ਐਕਟਿਵ ਕੇਸ ਫਤਿਹਗੜ੍ਹ ਸਾਹਿਬ ਦੇ ਵਿੱਚ ਹੈਗੇ ਨੇ। ਰੁਕ ਕਰਾਂਗੇ ਮੋਗਾ ਦਾ। ਮੋਗਾ ਦੇ ਵਿੱਚ ਕੀ ਹਾਲ ਆ ਉਹ ਵੀ ਤੁਹਾਨੂੰ ਦੱਸਦੇ ਹਾਂ।
ਮੋਗਾ ਦੇ ਵਿੱਚ ਇਸ ਸਮੇਂ ਟੋਟਲ ਕੇਸਿਸ 72 ਨੇ। 72 ਦੇ ਵਿੱਚੋਂ 69 ਲੋਕ ਠੀਕ ਹੋ ਚੁੱਕੇ ਨੇ। 3 ਇਸ ਸਮੇਂ ਐਕਟਿਵ ਕੇਸ ਮੋਗਾ ਜ਼ਿਲ੍ਹਾ ਦੇ ਵਿੱਚ ਹੈਗੇ ਨੇ। ਮੋਗਾ ਤੋਂ ਬਾਅਦ ਅਸੀਂ ਰੁਕ ਕਰਾਂਗੇ ਰੋਪੜ ਦਾ। ਰੋਪੜ 'ਚ ਕਿੰਨੇ ਮਾਮਲੇ ਨੇ ਉਹ ਵੀ ਤੁਹਾਨੂੰ ਦੱਸਦੇ ਹਾਂ। ਰੋਪੜ ਦੇ ਵਿੱਚ ਵੀ ਇੱਕ ਵਾਰ ਫਿਰ ਤੋਂ ਕੇਸਿਸ ਦੀ ਗਿਣਤੀ ਵਧੀ ਹੈ, ਕਿਉਂਕਿ ਇੱਕ ਵਾਰੀ ਬਿਲਕੁਲ ਇੱਕ ਅੱਧਾ ਕੇਸ ਹੀ ਉੱਥੇ ਬਾਕੀ ਸੀ, ਪਰ ਹੁਣ ਗਿਣਤੀ ਵੱਧ ਕੇ 80 ਤੱਕ, ਟੋਟਲ ਕੇਸਾਂ ਦੀ ਗਿਣਤੀ 80 ਤੱਕ ਪਹੁੰਚ ਚੁੱਕੀ ਹੈ। ਹਾਲਾਂਕਿ ਇਹਨਾਂ ਦੇ ਵਿੱਚੋਂ 70 ਲੋਕ ਠੀਕ ਹੋ ਚੁੱਕੇ ਨੇ, ਇੱਕ ਸ਼ਖਸ ਦੀ ਮੌਤ ਹੋ ਚੁੱਕੀ ਹੈ ਤੇ ਇਸ ਸਮੇਂ ਐਕਟਿਵ ਕੇਸਿਸ ਰੋਪੜ ਜ਼ਿਲ੍ਹੇ ਦੇ ਵਿੱਚ 9 ਨੇ। ਫਰੀਦਕੋਟ ਦਾ ਜ਼ਿਕਰ ਕਰਦਾ। ਫਰੀਦਕੋਟ ਦੇ ਵਿੱਚ ਇਸ ਸਮੇਂ ਕੀ ਹਾਲ ਹੈ? ਫਰੀਦਕੋਟ ਦੇ ਵਿੱਚ ਵੀ ਨਵੇਂ ਮਾਮਲੇ ਰਿਪੋਰਟ ਕੀਤੇ ਗਏ ਨੇ। 88 ਟੋਟਲ ਕੇਸਿਸ ਫਰੀਦਕੋਟ ਦੇ ਵਿੱਚ, ਉਹਨਾਂ ਦੇ ਵਿੱਚੋਂ 20 ਐਕਟਿਵ ਕੇਸ ਨੇ, ਕਿਉਂਕਿ 68 ਲੋਕਾਂ ਨੇ ਕਰੋਨਾ ਨੂੰ ਉੱਥੇ ਮਾਤ ਦੇ ਦਿੱਤੀ ਹੈ। 20 ਐਕਟਿਵ ਮਾਮਲੇ ਇਸ ਸਮੇਂ ਫਰੀਦਕੋਟ ਦੇ ਵਿੱਚ ਹੈਗੇ ਨੇ। ਉਸ ਤੋਂ ਬਾਅਦ ਅਸੀਂ ਮੁਕਤਸਰ ਦਾ ਜ਼ਿਕਰ ਕਰਾਂਗੇ। ਮੁਕਤਸਰ ਦੇ ਵਿੱਚ ਕੀ ਕੁਝ ਹਾਲਾਤ ਨੇ? ਮੁਕਤਸਰ ਦੇ ਵਿੱਚ 71 ਟੋਟਲ ਕੇਸਿਸ ਪਾਏ ਗਏ, 67 ਲੋਕ ਠੀਕ ਹੋ ਗਏ, ਜਦਕਿ 4 ਲੋਕ ਅਜੇ ਵੀ ਕਰੋਨਾ ਤੋਂ ਪੀੜਤ ਨੇ। 4 ਲੋਕਾਂ ਦਾ ਇਲਾਜ ਅਜੇ ਵੀ ਹਸਪਤਾਲਾਂ ਦੇ ਵਿੱਚ, ਆਈਸੋਲੇਸ਼ਨ ਵਾਰਡਸ ਦੇ ਵਿੱਚ ਚੱਲ ਰਿਹਾ ਹੈ। ਉਸ ਤੋਂ ਬਾਅਦ ਰੁਕ ਕਰਾਂਗਾ ਸੰਗਰੂਰ ਦਾ। ਸੰਗਰੂਰ ਬਹੁਤ ਜ਼ਬਰਦਸਤ ਤਰੀਕੇ ਨਾਲ ਪ੍ਰਭਾਵਿਤ ਹੋਇਆ ਪਿਛਲੇ ਕੁਝ ਦਿਨਾਂ ਦੇ ਵਿੱਚ, ਮੌਤਾਂ ਦੀ ਗਿਣਤੀ ਵੀ ਵਧੀ ਹੈ। ਸੰਗਰੂਰ ਦੇ ਵਿੱਚ ਅਸੀਂ ਜ਼ਿਕਰ ਕਰੀਏ ਤਾਂ ਇਸ ਸਮੇਂ ਟੋਟਲ ਕੇਸਿਸ ਜਿਹੜੇ ਹੈਗੇ ਨੇ 147 ਹੋ ਚੁੱਕੇ ਨੇ ਤੇ 110 ਲੋਕਾਂ ਨੇ ਕਰੋਨਾ ਨੂੰ ਮਾਤ ਦਿੱਤੀ ਹੈ, ਯਾਨੀ ਕਿ ਉਹ ਠੀਕ ਹੋ ਗਏ। 3 ਲੋਕਾਂ ਦੀ ਮੌਤ ਵੀ ਹੋ ਗਈ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ। 2-3 ਦਿਨਾਂ ਦੇ ਵਿੱਚ 3 ਲੋਕਾਂ ਦੀ ਮੌਤ ਹੋਈ ਹੈ ਕਰੋਨਾ ਦੀ ਵਜ੍ਹਾ ਨਾਲ। ਸੰਗਰੂਰ ਦੇ ਵਿੱਚ 34 ਇਸ ਸਮੇਂ ਐਕਟਿਵ ਕੇਸਿਸ ਸੰਗਰੂਰ ਦੇ ਵਿੱਚ ਹੈਗੇ ਨੇ। ਰੁਕ ਕਰਾਂਗੇ ਹੁਸ਼ਿਆਰਪੁਰ ਦਾ। ਹੁਸ਼ਿਆਰਪੁਰ ਦੇ ਵਿੱਚ ਇਸ ਸਮੇਂ ਕੀ ਕੁਝ ਹਾਲਾਤ ਹੈ? ਤਾਂ ਹੁਸ਼ਿਆਰਪੁਰ ਦੇ ਵਿੱਚ 138 ਟੋਟਲ ਮਾਮਲੇ ਆ ਚੁੱਕੇ ਨੇ, 127 ਲੋਕ ਠੀਕ ਹੋ ਗਏ ਨੇ, ਜਦਕਿ 5 ਲੋਕਾਂ ਦੀ ਮੌਤ ਹੁਸ਼ਿਆਰਪੁਰ ਦੇ ਵਿੱਚ ਹੋਈ ਹੈ। ਐਕਟਿਵ ਕੇਸਿਸ 5 ਹੈਗੇ ਨੇ, 5 ਐਕਟਿਵ ਕੇਸਿਸ ਹੁਸ਼ਿਆਰਪੁਰ ਦੇ ਵਿੱਚ ਹੈਗੇ ਨੇ। ਰੁਕ ਕਰਾਂਗੇ ਮੋਹਾਲੀ ਜ਼ਿਲ੍ਹੇ ਦਾ। ਮੋਹਾਲੀ 'ਚ ਤੁਹਾਨੂੰ ਦੱਸਦੇ ਹਾਂ ਕੀ ਕੁਝ ਹਾਲ ਹੈ। ਮੋਹਾਲੀ 'ਚ ਵੀ ਨਵੇਂ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ। 167 ਮਾਮਲੇ ਮੋਹਾਲੀ ਦੇ ਵਿੱਚ ਰਿਪੋਰਟ ਕੀਤੇ ਗਏ ਨੇ। ਹੁਣ ਤੱਕ 117 ਲੋਕ ਠੀਕ ਹੋ ਗਏ। 3 ਲੋਕਾਂ ਦੀ ਮੋਹਾਲੀ 'ਚ ਮੌਤ ਹੋ ਗਈ ਕਰੋਨਾ ਦੀ ਵਜ੍ਹਾ ਦੇ ਨਾਲ। ਇਹ ਵੀ ਤੁਹਾਨੂੰ ਦੱਸ ਦਈਏ ਕਿ 7 ਨਵੇਂ ਮਾਮਲੇ ਅੱਜ ਵੀ ਮੋਹਾਲੀ ਦੇ ਵਿੱਚ ਰਿਪੋਰਟ ਕੀਤੇ ਗਏ ਨੇ ਜੋ ਕਰੋਨਾ ਦੇ ਸੀ, ਤੇ 47 ਇਸ ਸਮੇਂ ਐਕਟਿਵ ਕੇਸਿਸ ਮੋਹਾਲੀ ਦੇ ਵਿੱਚ ਹੈਗੇ ਨੇ ਜੋ ਕਰੋਨਾ ਤੋਂ ਪੀੜਤ ਨੇ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹੁਣ ਰੁਕ ਕਰਾਂਗੇ ਪਟਿਆਲਾ ਜ਼ਿਲ੍ਹਾ ਦਾ। ਪਟਿਆਲਾ 'ਚ ਕੀ ਕੁਝ ਹਾਲ ਹੈ ਤੁਹਾਨੂੰ ਉਹ ਵੀ ਦੱਸਦੇ ਹਾਂ। ਪਟਿਆਲਾ ਦੇ ਵਿੱਚ ਦੇਖੋ ਟੋਟਲ ਕੇਸਿਸ ਹੁਣ ਤੱਕ ਰਿਪੋਰਟ ਕੀਤੇ ਗਏ ਨੇ 158। 158 ਦੇ ਵਿੱਚੋਂ 124 ਲੋਕ ਕਰੋਨਾ ਦੇ ਠੀਕ ਹੋ ਚੁੱਕੇ ਨੇ। ਇਹਨਾਂ ਨੂੰ ਕਰੋਨਾ ਦੀ ਹੁਣ ਕੋਈ ਦਿੱਕਤ ਨਹੀਂ, ਇਹਨਾਂ ਨੂੰ ਘਰਾਂ ਦੇ ਵਿੱਚ ਭੇਜ ਦਿੱਤਾ ਗਿਆ। 3 ਲੋਕਾਂ ਦੀ ਮੌਤ ਜੋ ਦਿਖਾ ਰਹੇ ਹਾਂ ਅਸੀਂ ਤੁਹਾਨੂੰ, ਇਹ ਹੋ ਚੁੱਕੀ ਹੈ। ਪਿਛਲੇ ਇੱਕ ਹਫ਼ਤੇ ਦੇ ਵਿੱਚ ਕੋਈ ਮੌਤ ਦੀ ਖਬਰ ਨਹੀਂ ਆਈ। ਐਕਟਿਵ ਕੇਸਿਸ ਇਸ ਸਮੇਂ ਪਟਿਆਲਾ ਦੇ ਵਿੱਚ 31 ਹੈਗੇ ਨੇ। ਅੱਗੇ ਵਧਦੇ ਹਾਂ ਤੇ ਪਟਿਆਲਾ ਤੋਂ ਬਾਅਦ ਰੁਕ ਕਰਾਂਗੇ ਨਵਾਂ ਸ਼ਹਿਰ ਦਾ। ਨਵਾਂ ਸ਼ਹਿਰ ਦਾ ਹਾਲ ਤੁਹਾਨੂੰ ਦੱਸਦੇ ਹਾਂ। ਨਵਾਂ ਸ਼ਹਿਰ ਦੇ ਵਿੱਚ ਇਸ ਸਮੇਂ ਐਕਟਿਵ ਕੇਸਿਸ 17 ਨੇ, ਕਿਉਂਕਿ ਇੱਥੇ ਟੋਟਲ ਕੇਸਿਸ ਆ ਚੁੱਕੇ ਨੇ 131। 131 ਦੇ ਵਿੱਚੋਂ 113 ਲੋਕ ਕਰੋਨਾ ਨੂੰ ਮਾਤ ਦੇ ਚੁੱਕੇ ਨੇ। ਇੱਕ ਸ਼ਖਸ ਦੀ ਮੌਤ ਹੋ ਚੁੱਕੀ ਹੈ ਜੋ ਸ਼ੁਰੂਆਤ ਦੇ ਵਿੱਚ ਹੋਈ ਸੀ, ਉਸ ਤੋਂ ਬਾਅਦ ਰਾਹਤ ਹੈ, ਕੋਈ ਕਿਸੇ ਦੀ ਮੌਤ ਨਹੀਂ ਹੋਈ। 113 ਲੋਕ ਠੀਕ ਹੋਏ ਨੇ 131 ਦੇ ਵਿੱਚੋਂ, ਤੇ 17 ਇਸ ਸਮੇਂ ਐਕਟਿਵ ਮਾਮਲੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਵੀ ਹੈਗੇ ਨੇ। ਤੇ ਪੂਰੇ ਪੰਜਾਬ ਦਾ ਹਾਲ ਅਸੀਂ ਤੁਹਾਡੇ ਤੱਕ ਪਹੁੰਚਾਇਆ ਕਿ ਆਖਿਰ ਕਿਸ ਤਰੀਕੇ ਨਾਲ ਕਿਹੜੇ ਜ਼ਿਲ੍ਹੇ ਦੇ ਵਿੱਚ ਇਸ ਸਮੇਂ ਕਿੰਨੇ ਐਕਟਿਵ ਕੇਸਿਸ ਨੇ। ਇਹ ਵੀ ਤੁਹਾਨੂੰ ਕਲੀਅਰ ਕਰ ਦਈਏ ਕਿ ਬਿਲਕੁਲ ਸਟੀਕ ਸਹੀ ਜਾਣਕਾਰੀ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਕੋਈ ਵੀ ਕਨਫਿਊਜ਼ਨ ਨਾ ਰਹੇ, ਕਿਉਂਕਿ ਬਹੁਤ ਸਾਰੀਆਂ ਅਫਵਾਹਾਂ ਸੋਸ਼ਲ ਮੀਡੀਆ ਦੇ ਉੱਤੇ ਰਹਿੰਦੀਆਂ ਨੇ, ਉਹਨਾਂ ਦੇ ਉੱਤੇ ਧਿਆਨ ਨਾ ਦਿਵੋ। ਜਦੋਂ ਵੀ ਤਸਦੀਕ ਹੁੰਦੀ ਹੈ ਕਿਸੇ ਦੀ ਕਰੋਨਾ ਪੋਜ਼ਿਟਿਵ ਹੁੰਦੀ ਹੈ, ਕਰੋਨਾ ਨੂੰ ਲੈ ਕੇ ਕੋਈ ਵੀ ਅਪਡੇਟ ਆਉਂਦਾ ਹੈ, ਤਾਂ ਨਿਊਜ਼ 18 ਬਿਲਕੁਲ ਸਹੀ ਤੇ ਸਟੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ। ਅੱਗੇ ਵਧਦੇ ਹਾਂ ਤੇ ਹੁਣ ਗੱਲ ਵੀਕਐਂਡ ਲਾਕਡਾਊਨ ਦੀ ਕਰਾਂਗੇ। ਤੁਹਾਨੂੰ ਵੀਕਐਂਡ ਲਾਕਡਾਊਨ ਦੌਰਾਨ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦਾ ਹਾਲ ਦਿਖਾਉਂਦੇ ਹਾਂ। ਗਰਾਊਂਡ ਜ਼ੀਰੋ ਤੋਂ ਸਾਡੇ ਸਹਿਯੋਗੀ ਲਗਾਤਾਰ ਜਾਇਜ਼ਾ ਲੈ ਰਹੇ ਨੇ। ਦੇਖਦਿਆਂ ਹੋਇਆਂ ਪੰਜਾਬ ਦੇ ਵਿੱਚ ਵੀਕਐਂਡ ਲਾਕਡਾਊਨ ਸ਼ੁਰੂ ਕਰ ਦਿੱਤਾ ਹੈ, ਜਿਸ ਨੂੰ ਦੇਖਦਿਆਂ ਹੋਇਆਂ ਕੱਲ ਸ਼ਾਮ 5 ਵਜੇ ਤੋਂ ਬਾਜ਼ਾਰ ਬੰਦ ਨੇ, ਦੁਕਾਨਾਂ ਬੰਦ ਨੇ ਅਤੇ ਈ ਪਾਸ ਤੋਂ ਬਿਨਾ ਕੋਈ ਵੀ ਘਰ ਤੋਂ ਬਾਹਰ ਨਹੀਂ ਆਏਗਾ। ਅੱਜ ਐਤਵਾਰ ਦਾ ਦਿਨ ਹੈ, ਪੂਰਾ ਦਿਨ ਬਾਜ਼ਾਰ ਨੇ ਬੰਦ ਨੇ। ਸੜਕਾਂ ਦੇ ਉੱਪਰ ਤੁਸੀਂ ਵੇਖ ਸਕਦੇ ਹੋ ਕਿ ਸਿਰਫ ਇੱਕਾ ਦੁੱਕਾ ਵਹੀਕਲ ਨਜ਼ਰ ਆ ਰਹੇ ਹੋਣਗੇ। ਇਹ ਉਹ ਵਹੀਕਲ ਨੇ ਜਿਹੜੇ ਜ਼ਰੂਰੀ ਕੰਮਕਾਜ ਵਾਸਤੇ ਘਰੋਂ ਬਾਹਰ ਨਿਕਲੇ ਨੇ ਜਾਂ ਜਿਨ੍ਹਾਂ ਕੋਲੇ ਈ ਪਾਸ ਹੈ। ਹਾਲਾਂਕਿ ਪੁਲਿਸ ਜਗ੍ਹਾ ਜਗ੍ਹਾ ਤੇ ਖੜੀ ਹੈ ਔਰ ਈ ਪਾਸ ਦੀ ਚੈਕਿੰਗ ਹੈ ਫਿਲਹਾਲ ਪੁਲਿਸ ਨੇ ਕੀਤੀ ਜਾ ਰਹੀ ਹੈ, ਪਰ ਸਿਰਫ ਮੈਡੀਕਲ ਸ਼ਾਪਸ ਖੁੱਲੀਆਂ ਨੇ ਜਾਂ ਜਿਹੜੇ ਸ਼ਰਾਬ ਦੇ ਠੇਕੇ ਹੈ ਉਹਨਾਂ ਨੂੰ ਖੁੱਲ੍ਹਣ ਦੇ ਆਦੇਸ਼ ਸਰਕਾਰ ਨੇ ਸ਼ਾਮ 8 ਵਜੇ ਦਿੱਤੇ ਹੋਏ ਨੇ। ਪਰ ਈ ਪਾਸ ਦੀ ਹਕੀਕਤ ਕੀ ਹੈ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਇਸ ਦਾ ਗਰਾਊਂਡ ਰਿਐਲਿਟੀ ਚੈੱਕ ਕੀਤੀ ਹੈ ਕਿ ਈ ਪਾਸ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ। ਜਰਨਲ ਇਨਫੋਰਮੇਸ਼ਨ ਤੁਹਾਨੂੰ ਭਰਨੀ ਹੁੰਦੀ ਹੈ ਔਰ ਇਨਫੋਰਮੇਸ਼ਨ ਭਰਨ ਤੋਂ ਬਾਅਦ 30 ਸਕਿੰਟਾਂ ਦੇ ਵਿੱਚ ਤੁਹਾਨੂੰ ਇਸੇ ਕੋਵਾ ਐਪ ਦੇ ਉੱਪਰੋਂ ਤੁਹਾਨੂੰ ਈ ਪਾਸ ਜਨਰੇਟ ਹੋ ਕੇ ਮਿਲ ਜਾਏਗਾ। ਈ ਪਾਸ ਤੇ ਸਵਾਲ ਅਸੀਂ ਇਸ ਕਰਕੇ ਖੜੇ ਕਰ ਰਹੇ ਹਾਂ ਕਿ ਸਿਰਫ ਜਾਣਕਾਰੀ ਹੀ ਭਰਨੀ ਹੈ। ਜਾਣਕਾਰੀ ਭਰਨ ਤੋਂ ਬਾਅਦ ਈ ਪਾਸ ਤੁਹਾਡੇ ਜੇਬ ਦੇ ਵਿੱਚ ਹੋਏਗਾ, ਭਾਵ ਤੁਹਾਡੇ ਮੋਬਾਈਲ ਦੇ ਵਿੱਚ ਇਸ ਦੀ PDF ਫਾਈਲ ਜਾਂ JPG
ਫੋਟੋ ਬਣ ਕੇ ਤੁਹਾਨੂੰ ਮਿਲ ਜਾਏਗੀ। ਈ ਪਾਸ ਤੇ ਸਵਾਲ ਇਸ ਕਰਕੇ ਖੜੇ ਕਰ ਰਹੇ ਹਾਂ ਕਿ ਬੜੀ ਈਜ਼ੀ ਈ ਪਾਸ ਬਣ ਜਾਂਦੇ ਨੇ ਤੇ ਜਿਸ ਤਰ੍ਹਾਂ ਦੇ ਜਿਹੜੇ ਲੋਕ ਨੇ ਸੜਕਾਂ ਦੇ ਉੱਪਰ ਘੁੰਮਦੇ ਨਜ਼ਰ ਆ ਰਹੇ ਨੇ ਉਹ ਬੜੀ ਜਲਦੀ ਹੀ ਈ ਪਾਸ ਬਣਾ ਕੇ ਬਾਜ਼ਾਰਾਂ ਦੇ ਵਿੱਚ ਨਿਕਲ ਪੈਂਦੇ ਨੇ। ਈ ਪਾਸ ਇੱਕ ਦਿਨ ਵਾਸਤੇ ਜਨਰੇਟ ਹੁੰਦਾ ਹੈ ਜਿਸ ਨੂੰ ਅਸੀਂ ਬਕਾਇਦਾ ਰਿਐਲਿਟੀ ਤੌਰ ਤੇ ਚੈੱਕ ਕੀਤਾ ਤੇ ਧੜੱਲੇ ਦੇ ਨਾਲ ਪੰਜਾਬ ਦੇ ਵਿੱਚ ਈ ਪਾਸ ਹੈ ਜਿਹੜੇ ਜਨਰੇਟ ਹੋ ਰਹੇ ਨੇ। ਕੈਮਰਾਮੈਨ ਰਾਜੇਸ਼ ਦੇ ਨਾਲ ਸੂਰਜਪਾਨ ਨਿਊਜ਼ 18 ਪੰਜਾਬ ਬਠਿੰਡਾ। ਵੀਕਐਂਡ ਲਾਕਡਾਊਨ ਦਾ ਅਸਰ ਦੂਸਰੇ ਦਿਨ ਵੀ ਅੰਮ੍ਰਿਤਸਰ ਦੇ ਵਿੱਚ ਪੂਰੀ ਤਰ੍ਹਾਂ ਦੇਖਣ ਨੂੰ ਮਿਲ ਰਿਹਾ। ਅੰਮ੍ਰਿਤਸਰ ਦੇ ਸਾਰੇ ਬਾਜ਼ਾਰ ਪੂਰਨ ਤੌਰ ਤੇ ਬੰਦ ਨੇ। ਮੈਂ ਇਸ ਵੇਲੇ ਅੰਮ੍ਰਿਤਸਰ ਦੇ ਮੇਨ ਹਾਲ ਬਾਜ਼ਾਰ ਦੇ ਬਾਹਰ ਆ। ਤੁਸੀਂ ਦੇਖੋ ਕਿ ਹਾਲ ਗੇਟ ਤੋਂ ਜੋ ਹਾਲ ਬਾਜ਼ਾਰ ਦੇ ਅੰਦਰ ਜਾਣ ਵਾਲਾ ਰਸਤਾ ਹੈ ਉਸ ਨੂੰ ਬੰਦ ਕੀਤਾ ਗਿਆ ਔਰ ਪੁਲਿਸ ਦੇ ਅਧਿਕਾਰੀ ਮੁਲਾਜ਼ਮ ਅਤੇ ਜਿਹੜੇ ਵਲੰਟੀਅਰ ਨੇ ਉਹ ਮੌਕੇ ਤੇ ਤੈਨਾਤ ਨੇ। ਤਾਂ ਅੰਮ੍ਰਿਤਸਰ ਦੇ ਅੰਦਰੂਨੀ ਸ਼ਹਿਰ ਨੂੰ ਜਾਣ ਵਾਲੇ ਜਿੰਨੇ ਵੀ ਰਸਤੇ ਨੇ ਉਹ ਪੂਰੀ ਤਰ੍ਹਾਂ ਸੀਲ ਕੀਤੇ ਗਏ ਨੇ। ਤੁਸੀਂ ਦੇਖੋ ਕਿ ਬਾਜ਼ਾਰਾਂ ਦੇ ਵਿੱਚ ਸੁੰਨਸਾਨ ਹੈ, ਬਹੁਤ ਘੱਟ ਲੋਕ ਸੜਕਾਂ ਤੇ ਨਜ਼ਰ ਆ ਰਹੇ ਨੇ। ਆਵਾਜਾਈ ਦੇ ਉੱਪਰ ਬਿਲਕੁਲ ਪੂਰਨ ਤੌਰ ਤੇ ਰੋਕ ਲਗਾਈ ਗਈ ਹੈ। ਕੋਈ ਵੀ ਆਟੋ ਰਿਕਸ਼ਾ ਜਾਂ ਹੋਰ ਜਿਹੜੇ ਵਾਹਨ ਨੇ ਉਹ ਸੜਕਾਂ ਤੇ ਬਿਨਾਂ ਕਿਸੇ ਕੰਮ ਤੋਂ ਬਾਹਰ ਨਹੀਂ ਨਿਕਲਣ ਦਿੱਤੇ ਜਾ ਰਹੇ। ਹਾਲ ਬਾਜ਼ਾਰ ਨੂੰ ਜੋ ਜਾਣ ਵਾਲਾ ਰਸਤਾ ਉੱਥੇ ਕਿਸੇ ਨੂੰ ਵੀ ਜੇਕਰ ਕਿਸੇ ਦੇ ਕੋਲ ਈ ਪਾਸ ਹੈ ਜਾਂ ਕਿਸੇ ਨੂੰ ਕੋਈ ਐਮਰਜੈਂਸੀ ਹੈ ਤਾਂ ਉਹਨਾਂ ਨੂੰ ਹੀ ਅੱਗੇ ਜਾਣ ਦਿੱਤਾ ਜਾ ਰਿਹਾ। ਬਾਕੀ ਪੂਰਾ ਰਸਤਾ ਜਿਹੜਾ ਹੈ ਉਹ ਪੁਲਿਸ ਵੱਲੋਂ ਸੀਲ ਕੀਤਾ ਗਿਆ। ਤਾਂ ਇੱਥੇ ਜਿਹੜੇ ਇੰਚਾਰਜ ਨੇ ਅਰੁਣ ਕੁਮਾਰ ਉਹਨਾਂ ਤੋਂ ਜਾਣਦੇ ਆ ਕਿ ਬਾਜ਼ਾਰ ਦੇ ਵਿੱਚ ਕਿਹੜੇ-ਕਿਹੜੇ ਲੋਕਾਂ ਨੂੰ ਆਉਣ ਦਿੱਤਾ ਜਾ ਰਿਹਾ ਜਾਂ ਕਿਸ ਤਰੀਕੇ ਦੇ ਜਿਹੜੇ ਸੁਰੱਖਿਆ ਪ੍ਰਬੰਧ ਉਹ ਕੀਤੇ ਗਏ। ਮਾਨਯੋਗ ਕਮਿਸ਼ਨਰ ਸਾਹਿਬ ਦੇ ਹੁਕਮ ਮੁਤਾਬਕ ਅਸੀਂ ਜੋ ਵੀ ਇਹ ਡਾਊਨਲੋਡ ਹੋਇਆ ਹੈਗਾ ਇਹਦੇ ਵਿੱਚ ਅੱਜ ਟੋਟਲ ਜਿਹੜਾ ਬਾਜ਼ਾਰ ਬੰਦ ਹੈ। ਲੋਕਾਂ ਨੂੰ ਅਸੀਂ ਅਵੇਅਰਨੈਸ ਕਰ ਰਹੇ ਹਾਂ ਵੀ ਘਰੇ ਰਹੋ, ਮਾਸਕ ਪਾ ਕੇ ਰੱਖੋ ਤਾਂ ਆਪਣੀ ਸਿਹਤ ਦਾ ਧਿਆਨ ਰੱਖੋ। ਤਾਂ ਇਹਨੇ ਅਰੁਣ ਕੁਮਾਰ ਜੋ ਕਿ ਇਸ ਇਲਾਕੇ ਦੇ ਇੰਚਾਰਜ ਨੇ ਔਰ ਇਹਨਾਂ ਦਾ ਕਹਿਣਾ ਕਿ ਇਸ ਬਾਜ਼ਾਰ ਦੇ ਵਿੱਚ ਸਿਰਫ ਉਹਨਾਂ ਲੋਕਾਂ ਨੂੰ ਜਾਣ ਦਿੱਤਾ ਜਾ ਰਿਹਾ ਕਿਉਂਕਿ ਅੰਦਰ ਜੋ ਹੋਲਸੇਲ ਦੀ ਦਵਾਈਆਂ ਦੀ ਮਾਰਕੀਟ ਵੀ ਹੈ ਤਾਂ ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਨੂੰ ਦਵਾਈਆਂ ਦੀ ਜ਼ਰੂਰਤ ਹੈ। ਕਿਸੇ ਦਾ ਕੋਈ ਰਿਸ਼ਤੇਦਾਰ ਹਸਪਤਾਲ ਦੇ ਵਿੱਚ ਦਾਖਲ ਹੈ ਤਾਂ ਉਹਨਾਂ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮਨਾਹੀ ਨਹੀਂ ਹੈ। ਪਰ ਜੇਕਰ ਕੋਈ ਬਿਨਾਂ ਕੰਮ ਤੋਂ ਜਾਂ ਬਿਨਾਂ ਕਿਸੇ ਪਾਸ ਤੋਂ ਬਾਹਰ ਨਿਕਲਦਾ ਤਾਂ ਉਸ ਦੇ ਖਿਲਾਫ ਕਾਰਵਾਈ ਵੀ ਕੀਤੀ ਜਾ ਰਹੀ ਹੈ ਔਰ ਲੋਕਾਂ ਨੂੰ ਇਹ ਇੱਕ ਗੁਜ਼ਾਰਿਸ਼ ਵੀ ਕੀਤੀ ਜਾ ਰਹੀ ਹੈ ਕਿ ਹੁਣ ਵੀ ਉਹ ਸੁਚੇਤ ਹੋਣ ਦਾ ਮੌਕਾ ਹੈ, ਸੁਚੇਤ ਹੋਣ ਦੀ ਲੋੜ ਹੈ। ਫਿਲਹਾਲ ਹਾਲਾਤ ਇਹ ਨੇ ਕਿ ਅੰਮ੍ਰਿਤਸਰ ਦਾ ਪੂਰਾ ਜੋ ਸ਼ਹਿਰ ਦਾ ਚੱਪਾ ਚੱਪਾ ਹੈ ਉਹ ਬੰਦ ਕੀਤਾ ਗਿਆ। ਕਿਤੇ ਵੀ ਕੋਈ ਦੁਕਾਨ ਜਿਹੜੀ ਹੈ ਕੋਈ ਬਾਜ਼ਾਰ ਨਹੀਂ ਖੁੱਲ੍ਹਣ ਦਿੱਤਾ ਗਿਆ ਔਰ ਪੁਲਿਸ ਵੱਲੋਂ ਸਖਤੀ ਵੀ ਜ਼ਰੂਰ ਵਰਤੀ ਜਾ ਰਹੀ ਹੈ। ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ, ਨਿਊਜ਼ 18 ਅੰਮ੍ਰਿਤਸਰ।